ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। खबर आई है जो कि अपने आप ਦੇ एक अच्छी खबर है कि 18 सदस्यी उच्च स्तरीय अमेरिकी प्रतिनिधि मंडल ने स्वर्ण ਜਿਹੜਾ ਹੈਗਾ ਹਰਮਿੰਦਰ ਸਾਹਿਬ ਤੇ ਨਤਮਸਤਕ ਹੋਏ ਨੇ। ਕੀ ਖਬਰ ਹੈ ਜੀ? हाँ बिल्कुल जी, साढ़े ਜਿਹੜੇ 18 ਮੈਂਬਰੀ ਇੱਕ ਵਫਦ ਸੀਗਾ ਉਹ ਇੱਥੇ ਆਇਆ ਸੀਗਾ, ਦਰਬਾਰ ਤੇ ਮੱਥਾ ਟੇਕਣ ਵਾਸਤੇ ਆਇਆ ਸੀਗਾ। ਤੇ ਆਮ ਆਦਮੀ ਪਾਰਟੀ ਦੇ ਦੋ ਆਗੂ, ਇੱਕ ਹਰਜੋਤ ਸਿੰਘ ਮੈਂ ਜਿਹੜੇ ਮਿਨਿਸਟਰ ਨੇ ਕੈਬਨਿਟ ਮਿਨਿਸਟਰ, ਤੇ ਇੱਕ ਬੀਬੀ ਬਲਜਿੰਦਰ ਕੌਰ ਜਿਹੜੀ ਵਿਧਾਇਕ ਰੰਡੀ ਸ਼ਬਦ ਤੋਂ ਸ਼ਾਇਦ ਵਿਧਾਇਕ, ਇਹਨਾਂ ਨੇ ਉਸ 18 ਮੈਂਬਰੀ ਮੈਂਬਰ ਦਾ ਜਿਹੜਾ ਸੀ ਏਅਰਪੋਰਟ ਤੇ ਸਵਾਗਤ ਕੀਤਾ। ਹਰਿਮੰਦਰ ਸਾਹਿਬ ਪੁੱਜਿਆ, ਹਰਿਮੰਦਰ ਸਾਹਿਬ ਪੁੱਜਣ ਦੇ ਉੱਤੇ ਜਿਹੜਾ ਸੀ ਫਿਰ ਐਸਜੀਪੀਸੀ ਨੇ ਸਨਮਾਨਿਤ ਵੀ ਕੀਤਾ ਤੇ ਉਹਨਾਂ ਨੂੰ ਦਰਸ਼ਨ ਵੀ ਕਰਾਇਆ ਤੇ ਉਹਨਾਂ ਨੂੰ ਦਰਬਾਰ ਸਾਹਿਬ ਦੇ ਇਤਿਹਾਸ ਬਾਰੇ ਵੀ ਦੱਸਿਆ। ਜਿਹੜੇ ਇਹਨਾਂ ਦੇ ਅਗਵਾਈ ਕਰ ਰਹੇ ਸੀ ਸੀਨੇਟਰ ਕੋਰੀ ਬੁੱਕਰ, ਉਹਨਾਂ ਨੇ ਆਪਣੇ ਸੰਦੇਸ਼ 'ਚ ਲਿਖਿਆ ਕਿ ਜਿਹੜੀ ਸਿੱਖਾਂ ਤੇ ਹਮਲੇ ਆਏ ਉਹਦੀ ਅਸੀਂ ਨਿੰਦਾ ਕਰਦੇ ਹਾਂ ਤੇ ਇਨਸਾਫ ਦੀ ਗੁਹਾਰ ਵੀ ਲਾਉਂਦੇ ਹਾਂ ਕਿ ਸਿੱਖਾਂ ਨੂੰ ਇਨਸਾਫ ਮਿਲਣਾ ਚਾਹੀਦਾ ਵਾ। ਸਿੱਖ ਦੁਨੀਆ ਭਰ ਦੀ ਇੱਕ ਜਾਣੀ ਪਛਾਣੀ ਕੌਮ, ਸਿੱਖ ਦੂਰੋਂ ਪਛਾਣੇ ਦਾ ਦਸਤਾਰ ਸਜਾਈ ਹੁੰਦੀ ਹੈ, ਸੋਹਣੇ ਕੱਪੜੇ ਪਾਏ, ਪਤਾ ਹੁੰਦਾ ਵੀ ਇਹ ਸਿੱਖ ਆ ਜੀ। ਉਹਨਾਂ ਕਿਹਾ ਸਾਡੇ ਦੇ ਜਿਹੜੀ ਸਿੱਖਾਂ ਦੀ ਬੜੀ ਮਹੱਤਤਾ ਹੈਗੀ ਆ, ਇਸ ਕਰਕੇ ਉਸ ਹਾਈ ਪਾਵਰ ਅਮਰੀਕਨ ਵਫਦ ਨੇ ਜਿਹੜਾ ਸੀ ਮੱਥਾ ਟੇਕਿਆ, ਸਨਮਾਨਿਤ ਕੀਤਾ ਗਿਆ, ਜਾਣਕਾਰੀ ਹਾਸਲ ਕੀਤੀ। ਸਭ ਤੋਂ ਵੱਡੀ ਗੱਲ ਸੀ ਕਿ ਉਹਨਾਂ ਦਾ ਸਵਾਗਤ ਕਰਨ ਵਾਸਤੇ ਪੰਜਾਬ ਸਰਕਾਰ ਦੇ 2-3 ਅਧਿਕਾਰੀ ਤੇ 2-3 MLA ਪੁੱਜੇ ਜੀ ਜੀ। ਔਰ ਸੁਣਨ ਚ ਵੀ ਆ ਗਿਆ ਕਿ ਕਾਂਗਰਸ ਦੇ ਨਵੇਂ ਜਿਹੜੇ ਹੈਗੇ ਨੇ ਰਾਜਾ ਵੜਿੰਗ ਤੇ ਆਸ਼ੂ ਨੇ ਸੰਭਾਲਿਆ ਅਹੁਦਾ ਤੇ ਆਪਣੇ ਆਪ ਦੇ ਵਿੱਚ ਇਹ ਵੀ ਇੱਕ ਖਬਰ ਬਣੀ ਹੋਈ ਹੈ ਜੀ। ਦੇਖੋ, ਜਿੱਥੋਂ ਤੱਕ ਰਾਜਾ ਵੜਿੰਗ ਦੀ ਗੱਲ ਆ ਜੀ, ਰਾਜਾ ਵੜਿੰਗ ਦੇ ਸਾਹਮਣੇ ਚੁਣੌਤੀਆਂ ਬਹੁਤ ਜ਼ਿਆਦਾ ਜੀ। ਬਿਲਕੁਲ, ਉਹ ਹੁਣ ਰਾਜਾ ਵੜਿੰਗ ਜਿਹੜਾ ਸੀ ਵਾਕਿਆ ਹੀ ਕਾਂਗਰਸ ਦਾ ਨਵਾਂ ਰਾਜਾ ਬਣ ਗਿਆ। ਪਹਿਲੇ ਤਾਂ ਦੂਜੇ ਰਾਜੇ ਸੀਗੇ ਰਾਜੇ ਤੇ ਰਵਾੜੇ। ਪਹਿਲਾਂ ਉਹਨੇ ਕਿਹਾ ਸੀ ਆਪਣੇ ਇੱਕ ਲੀਡਰ ਨੇ, ਉਹਨੇ ਕਿਹਾ ਸੀ ਪਹਿਲਾਂ ਆਮ ਆਦਮੀ ਪਾਰਟੀ ਦਾ ਕਾਂਗਰਸ ਦਾ ਲੀਡਰ ਹੈ, ਉਹਨੇ ਇੰਨੀ ਗੱਲ ਕਹੀ ਸੀ ਵੀ ਪਹਿਲਾਂ ਰਾਜੇ ਸੀਗੇ ਇੱਥੇ ਰਾਜ ਕਰਦੇ ਜੀ ਤੇ ਫਿਰ ਕੋਠੀਆਂ ਵਾਲੇ ਆ ਗਏ ਸਿੱਧੂ ਵਾਲੀ, ਤੇ ਹੁਣ ਫਿਰ ਇਹਨੇ ਇੱਕ ਰਾਜਾ ਵੜਿੰਗ ਲੱਭ ਲਿਆ। ਇਹਨਾਂ ਕੋਈ ਸਧਾਰਨ ਬੰਦਾ ਮਿਲਦਾ ਕੋਈ ਨਹੀਂ ਹੈਗਾ। ਭਾਈ ਰਾਜਾ ਵੜਿੰਗ ਦਾ ਨਾਂ ਹੀ ਰਾਜਾ ਵਾ, ਸਧਾਰਨ ਆਦਮੀ ਹੈ, ਥੱਲੇ ਬੜੇ ਹਿੱਡ ਲੈਵਲ ਤੋਂ ਉੱਪਰ ਉੱਠਿਆ ਵਾ ਜੀ। 3 ਵਾਰੀ ਵਿਧਾਇਕ ਬਣਿਆ, ਯੂਥ ਕਾਂਗਰਸ ਦਾ ਪ੍ਰਧਾਨ ਰਿਹਾ ਵਾ, ਰਾਹੁਲ ਗਾਂਧੀ ਦੀ ਪ੍ਰਚਾਰ ਕਮੇਟੀ 'ਚ ਰਿਹਾ ਵਾ। ਹੁਣ ਉਹਨੂੰ ਇਸ ਕਰਕੇ ਚਾਹ ਦਿੱਤਾ ਗਿਆ ਵੀ ਬਾਕੀ ਬੰਦਿਆਂ ਜਿਹੜੇ ਸੀ ਉਹ ਇੱਕ ਦੇ ਨੱਤਾ ਖਿੱਚ ਰਹੇ ਸੀ। ਇਹ ਥੋੜਾ ਨਿਊਟਰਲ ਕਿਸਮ ਦਾ ਬੰਦਾ ਸੀਗਾ। ਹੁਣ ਕੱਲ ਜਦੋਂ ਗਏ ਇਹਨਾਂ ਦਾ ਚਾਹ ਹੋਇਆ ਸੀ, ਆਪਣਾ ਨੱਖ ਲੈਂਦੇ ਆ, ਅੱਜ ਪੁੱਛੀ ਹੋਈ ਆ, ਇਹਨਾਂ ਸਭ ਨੂੰ ਕਿਹਾ ਸੀ। ਸਿੱਧੂ ਸਾਹਿਬ ਆਏ ਜ਼ਰੂਰ ਉੱਥੇ, ਸਿੱਧੂ ਸਾਹਿਬ ਮਿਲੇ ਵੀ ਉਹਨਾਂ ਨੂੰ, ਲੇਕਿਨ ਮਿਲ ਕੇ ਤੇ ਉੱਥੋਂ ਚੱਲਦੇ ਬਣੇ, ਉਹਨਾਂ ਦੇ ਸਮਾਗਮ 'ਚ ਭਾਗ ਨਹੀਂ ਲਿਆ। ਇਹ ਸੰਕੇਤ ਦਿੰਦਾ ਕਿ ਸਿੱਧੂ ਹਾਲ ਦੀ ਕੜੀ ਵੀ ਆਪਣੇ ਮਨ ਦੇ ਵਿੱਚ ਕੋਈ ਕੜਤਨ ਰੱਖਦਾ ਵਾ ਤੇ ਸਿੱਧੂ ਕੋਲੋਂ ਕੁਰਸੀ ਖੋਈ ਉਹਨਾਂ ਨੇ, ਇਸ ਕਰਕੇ ਕੜਤਨ ਤੇ ਰੱਖਣੀ ਉਹਨਾਂ ਨੇ। ਉਹ ਕਹਿੰਦੇ ਹੁੰਦੇ ਨੇ ਕੁੰਦਾ ਜੀ ਗਾਣਾ ਹੁੰਦਾ ਸੀ, ਤੈਨੂੰ ਉਹਨੂੰ ਪਿੱਠ ਪਿੱਛੇ ਵਾਜਾ ਮਾਰ ਹੋਏ ਮੇਰੇ ਯਾਰ ਦਾ ਡੋਆ ਚੱਲ ਜਾ, ਇੱਥੇ ਇਹ ਉਹਨੂੰ ਪਿੱਠ ਪਿੱਛੇ ਵਾਜਾ ਮਾਰੇ ਹੋਏ ਮੇਰੀ ਕੁਰਸੀ ਤੇ ਕਬਜ਼ਾ ਹੋ ਚੱਲ ਜਾ। ਸਿੱਧੂ ਸਾਹਿਬ ਦੇ ਬਦਸ਼ਾਹ ਇਹ ਚੀਜ਼ ਹੈਗੀ। ਹੁਣ ਅੱਗੇ ਵੇਖੋ ਗਾਹ ਕੀ ਕਰਦੇ ਕੀ ਨਹੀਂ ਕਰਦੇ। ਲੇਕਿਨ ਉਹਨਾਂ ਨਾਲ ਜਿਹੜੇ ਕਾਰਜਕਾਰੀ ਪ੍ਰਧਾਨ ਲਾਏ ਸੀ ਉਹ ਲਾਏ ਦੇ ਆਸ਼ੂ ਹੋਰੀ ਜੀ। ਆਸ਼ੂ ਹੋਰਾਂ ਨੇ ਵੀ ਬਕਾਇਦਾ ਤੌਰ ਤੇ ਨਾਲ ਉਹਦਾ ਸੰਭਾਲ ਲਿਆ ਵਾ, ਔਰ ਉਹਨਾਂ ਨੇ ਇੰਨੀ ਗੱਲ ਕਹੀ ਵੀ ਪੂਰੇ ਪੰਜਾਬ ਦੇ ਵਿੱਚ ਅਸੀਂ ਘਰ ਘਰ ਜਾ ਕੇ ਪ੍ਰਚਾਰ ਕਰਾਂਗੇ, ਲੋਕਾਂ ਨੂੰ ਮਿਲਾਂਗੇ, ਜਲਦੀ ਅਸੀਂ ਬਾਡੀ ਵੀ ਆਪਣੀ ਬਣਾ ਲਾਂਗੇ। ਹੁਣ ਉਹ ਬਾਡੀ ਆਪਣੀ ਬਣਾਉਂਦੇ ਚ ਨਹੀਂ ਬਣਾਉਂਦੇ ਇਹ ਤੇ ਪਤਾ ਨਹੀਂ ਕਦੋਂ ਬਣਦੀ, ਤੇ ਪਹਿਲੇ 2 ਪ੍ਰਧਾਨ ਨੇ ਕੀਤਾ ਕੁਛ ਨਹੀਂ ਜੀ। 3 ਬੰਦੇ ਗੈਰ ਹਾਜ਼ਰ ਰਹੇ ਮਹੱਤਵਪੂਰਨ, ਕਿਉਂਕਿ ਮਨਪ੍ਰੀਤ ਬਾਦਲ ਦੇ ਨਾਲ ਰਾਜੇ ਦੀ ਬੜੀ ਖੜਕਦੀ ਹੈ। ਰਾਜੇ ਨੂੰ ਹਰਾਉਣ ਵਾਸਤੇ ਪੂਰਾ ਜ਼ੋਰ ਲਾਇਆ ਗਿਆ, ਲੇਕਿਨ ਰਾਜਾ ਫਿਰ ਜਿੱਤ ਗਿਆ ਜੀ। ਜਦੋਂ ਰਾਜਾ MP ਦੀ ਇਲੈਕਸ਼ਨ ਲੜੀ ਸੀ ਤੇ ਹਰਿਆ ਕਿੱਥੋਂ ਸੀ? ਮਨਪ੍ਰੀਤ ਦੇ ਹਲਕੇ ਤੋਂ ਹਰਿਆ ਸੀ, ਬਾਕੀ ਤੋਂ ਜਿੱਤਿਆ ਸੀ। ਇਸ ਕਰਕੇ ਖੜਕਦੀ ਹੈ ਤੇ ਮਨਪ੍ਰੀਤ ਬਾਦਲ ਵੀ ਦੀ ਤਾਜਪੋਸ਼ੀ 'ਚ ਨਹੀਂ ਆਇਆ। ਸੁਨੀਲ ਜਾਖੜ ਜੀ ਜਿਹੜੇ ਪਿਛਲੇ ਸਮੇਂ ਤੋਂ ਨਾਰਾਜ਼ ਚੱਲ ਰਿਹਾ ਉਹ ਵੀ ਨਹੀਂ ਆਏ ਤੇ ਸਿੱਧੂ ਵੀ ਨਹੀਂ। 3 ਪ੍ਰਧਾਨ ਨਹੀਂ ਆਏ। ਚੌਥੇ ਸਾਬਕਾ ਪ੍ਰਧਾਨ ਜਿਹੜੇ ਸਾਡੇ LP ਹੈਗੇ ਨੇ ਪ੍ਰਤਾਪ ਸਿੰਘ ਬਾਜਵਾ, ਉਹ ਜ਼ਰੂਰ ਹਾਜ਼ਰ ਸਨ ਉੱਥੇ ਜੀ, ਤੇ ਉਹਨਾਂ ਨੇ ਹਾਜ਼ਰ ਰਹਿ ਕੇ ਇੰਨੀ ਗੱਲ ਕਹੀ ਜੀ, ਵੇਖੋ ਜਦੋਂ ਮੈਂ ਪ੍ਰਧਾਨ ਸੀਗਾ ਮੈਂ ਰਾਜੇ ਵੜਿੰਗ ਦੇ ਵਿੱਚ ਇਹ ਕਾਬਲੀਅਤ ਦੇਖੀ ਸੀ ਕਿ ਉਹ ਕੰਮ ਕਰ ਸਕਦਾ, ਮੈਨੂੰ ਜਨਰਲ ਸੈਕਟਰੀ ਬਣਾਇਆ ਸੀਗਾ ਜੀ। ਇਸ ਕਰਕੇ ਰਾਜੇ ਵੜਿੰਗ ਦੀ ਬਹੁਤੀਆਂ ਜਿਹੜੀਆਂ ਇਹਦੀਆਂ ਮੁਸ਼ਕਲਾਂ ਹੈਗੀਆਂ ਵਾ
ਲੇਕਿਨ ਉਹਨਾਂ ਨੇ 3D ਦੀ ਗੱਲ ਕੀਤੀ ਇੱਥੇ। ਉਹਨਾਂ ਕਿਹਾ ਪਹਿਲਾਂ ਡਿਸਪਲਿਨ, ਪਾਰਟੀ ਅਨੁਸ਼ਾਸਨ ਬਹੁਤ ਜ਼ਰੂਰੀ ਚਾਹੀਦਾ ਜੀ, ਦੂਜਾ ਜਿੱਦਾਂ ਉਹਨੇ ਕਿਹਾ ਡੈਡੀਕੇਸ਼ਨ, ਸਮਰਪਣ ਦੀ ਭਾਵਨਾ ਹੋਣੀ ਚਾਹੀਦੀ ਹੈ। ਤੀਜਾ ਕਿਹਾ ਡਾਇਲਾਗ, ਗੱਲਬਾਤ ਦੀ ਬਹੁਤ ਜ਼ਰੂਰਤ ਹੈ। ਜੇ ਤਿੰਨ ਚੀਜ਼ਾਂ ਨੂੰ ਕਾਂਗਰਸ ਅੱਜ ਵੀ ਅਪਣਾ ਲਵੇ ਤੇ ਕਾਂਗਰਸ ਆਪਣੀ ਪਹਿਲੀ ਸਟੇਜ ਤੇ ਫਿਰ ਆ ਸਕਦੀ ਜੀ। ਲੇਕਿਨ ਇਹਦੇ ਵਿੱਚ ਜਦੋਂ ਕਿ ਪ੍ਰਧਾਨ ਬਣਦਾ ਬਕਾਵਤਾਂ ਦੀਆਂ ਸੁਣੀਆਂ ਪਹਿਲਾਂ ਸ਼ੁਰੂ ਹੋ ਜਾਂਦੀਆਂ। ਸਿੱਧੂ ਇਹ ਗੱਲ ਕਹਿੰਦਾ ਵੀ 5 ਸਾਲ ਮਾਫੀ ਦਾ ਰਾਜ ਰਿਹਾ। ਦੁੱਲੋ ਕਹਿੰਦਾ ਜੀ ਇਹ ਮਾਫੀਆ ਨਹੀਂ, ਮਾਫੀ ਤੋਂ ਗਾਂ ਵੱਧ ਕੇ ਚੋਰਾਂ ਡਾਕੂ ਦਾ ਰਾਜ ਰਿਹਾ। ਜੇ ਤੁਹਾਡੇ ਚ ਆਪਣੀ ਚੇਕਤਾ ਨਹੀਂ ਗਈ, ਬਾਕੀ ਤੁਸੀਂ ਕੀ ਕਰੋਗੇ? ਲੇਕਿਨ ਰਾਜੇ ਨੇ ਇੰਨੀ ਗੱਲ ਕਹੀ ਕਿ 3D ਤੇ ਅਮਲ ਕੀਤਾ ਜਾਊਗਾ। ਹੁਣ ਤੁਸੀਂ ਚੌਥੀ ਡੀ ਡੰਮੀ ਬਣਨ ਦੀ ਕੋਸ਼ਿਸ਼ ਨਾ ਕਰਿਓ, 5ਵੀਂ ਡੀ ਡਿਵਾਈਡ ਕਰਨ ਦੀ ਕੋਸ਼ਿਸ਼ ਨਾ ਕਰਿਓ। ਜੇ ਤੁਸੀਂ ਇਹ ਫੈਸਲਾ ਕੀਤਾ 3D ਦਾ ਤੇ ਸਵਾਲ ਜਾਊਗਾ ਤੇ ਕਾਂਗਰਸ ਤਾਰੀ ਖੜੀ ਹੋ ਸਕਦੀ ਹੈ ਜੇ ਅਨੁਸ਼ਾਸਨ ਹੋਊਗਾ। ਜੀ ਕਾਲਰ ਤੇ ਚਲਦੇ ਜੀ, ਕੁਝ ਕਾਲਰ ਲਾਈਨ ਤੇ ਹੈਗੇ ਨੇ। ਕਾਲਰ ਜੀ ਸਤਿ ਸ਼੍ਰੀ ਅਕਾਲ, ਤੁਸੀਂ ਔਨ ਦੀ 에ਅਰ ਹੋ ਜੀ। ਸਤਿ ਸ਼੍ਰੀ ਅਕਾਲ ਅੰਜੂ ਜੀ, ਪੱਟੀ ਸਾਹਿਬ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪੱਟੀ ਸਾਹਿਬ, ਦੋ ਗੱਲਾਂ। ਇੱਕ ਤਾਂ ਹੁਣ ਸਰ ਦੇਖੋ, ਅੱਜ ਦੀ ਡੇਟ ਦੇ ਵਿੱਚ ਸਿੱਧੂ ਕੋਲ, ਦੁੱਲੋ ਕੋਲ ਨਾ ਤਾਂ ਉਹ ਕੋਈ ਚੁਣੇ ਨੁਮਾਇੰਦੇ, ਨਾ ਉਹਨਾਂ ਕੋਲ ਕੋਈ ਪਬਲਿਕ ਅਹੁਦਾ। ਮੇਰੀ ਗੱਲ ਦਾ ਸਰ ਮਾਈਂਡ ਨਾ ਕਰੋ, ਮੇਰੇ ਪਹਿਲਾਂ ਸਵਾਲ ਸੁਣ ਲਿਓ ਪੂਰਾ। ਨਹੀਂ ਸੁਣੋ ਸਰ, ਹੁਣ ਉਹਨਾਂ ਦਾ ਪਾਰਟੀ ਦਾ ਅੰਦਰੂਨੀ ਮਸਲਾ, ਕੌਣ ਉੱਥੇ ਆਇਆ, ਕੌਣ ਗਿਆ, ਅਸੀਂ ਐਜ਼ ਏ ਪਬਲਿਕ ਕੀ ਲੈਣਾ ਸਰ ਇਸ ਗੱਲ ਚੋਂ? ਮੇਰਾ ਜਿਹੜਾ ਸਵਾਲ ਉਹ ਇਹ ਆ ਸਰ, ਭਈ ਅੱਜ ਜਿਹੜੇ ਅਸੀਂ ਅੱਜ ਸਰਕਾਰ ਦੇ ਵਿੱਚ ਚੁਣ ਕੇ 92 ਬੰਦੇ ਬਿਠਾ ਲਏ ਆ, ਜਿੱਦਾਂ ਦੇ ਮੇਰਾ ਖਿਆਲ ਆ ਭਈ ਅੱਜ ਤੱਕ ਅਸੀਂ ਉਹਨਾਂ ਦੀ ਕਦੀ, ਸਾਰੇ MLA ਦੀ ਐਸਾ ਗੱਲ ਨਹੀਂ ਕਦੀ ਉਹਨਾਂ ਦੀ ਪ੍ਰੋਗਰੈਸ। ਜਿਹੜਾ ਇਹ ਪਾਰਟੀ ਦਾ ਅੰਦਰੂਨੀ ਮਸਲਾ ਹੈ, ਇਹ ਤਾਂ 12 ਮਹੀਨੇ 30 ਦਿਨ ਹੋਣਾ। ਜਦ ਤੱਕ ਉਹਨਾਂ ਕੋਲ ਕੋਈ ਪਬਲਿਕ ਅਹੁਦਾ ਨਹੀਂ ਹੈਗਾ, ਉਦ ਤੱਕ ਅਸੀਂ ਉਹਨਾਂ ਦਾ ਚਾਚਾ ਜੀ, ਮੇਰੀ ਸਮਝ ਮੁਤਾਬਕ ਸਾਰੇ, ਹੋ ਸਕਦਾ ਮੈਂ ਗਲਤ ਹੋਵਾਂ, ਭਈ ਇਹ ਬੇਲੂੜੀਆਂ ਗੱਲਾਂ ਸਰ। ਭਈ ਉੱਥੇ ਕੌਣ ਆਇਆ, ਸਿੱਧੂ ਨੇ ਦੁੱਲੋ ਨੂੰ ਕੀ ਕਿਹਾ, ਦੁੱਲੋ ਨੇ ਸਿੱਧੂ ਨੂੰ ਕੀ ਕਿਹਾ, ਕਿਉਂਕਿ ਪਬਲਿਕ ਨਹੀਂ ਤਾਂ ਕੋਈ ਮਤਲਬ ਨਹੀਂ ਹੈ। ਇਹ ਪਾਰਟੀ ਨਾਲ ਉਹਨਾਂ ਅੰਦਰੂਨੀ ਮਸਲਾ, ਉਹ ਕਿਹਨੂੰ ਬਣਾਉਂਦੇ ਕਿਹਨੂੰ ਨਹੀਂ ਬਣਾਉਂਦੇ। ਹਾਂਜੀ, ਜਦ ਤੱਕ ਉਹ ਬਾਅਦ ਵਿੱਚ ਬਣਾ ਕੇ ਜਦੋਂ ਉਹਨਾਂ ਕੋਲ ਕੋਈ ਪਬਲਿਕ ਦੇ ਅਹੁਦੇ ਆਉਣਗੇ, ਫਿਰ ਉਹਨਾਂ ਨੇ ਪਬਲਿਕ ਲਈ ਕੀ ਕੰਮ ਕਰਨਾ, ਫਿਰ ਉਹ ਸਵਾਲ ਫਿਰ ਬਣਦੇ ਆ। ਪਰ ਅੱਜ ਦੀ ਡੇਟ ਦੇ ਵਿੱਚ ਜਿਨ੍ਹਾਂ ਨੂੰ ਤੁਸੀਂ ਜ਼ਿੰਮੇਵਾਰੀਆਂ ਦਿੱਤੀਆਂ ਪੰਜਾਬ ਦੇ ਲੋਕਾਂ ਨੇ, ਗੱਲ ਸਰ ਮੇਰੇ ਖਿਆਲ ਦੇ ਮੁਤਾਬਕ ਉਹਨਾਂ ਦੀ ਕਰਦੀ ਬਣਦੀ ਆ ਵੀ ਉਹ ਕੀ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਨੇ। ਉਹ ਮਤਲਬ ਕਿ ਲੋਕਾਂ ਨੇ ਜਿਤਾ ਕੇ ਉਹਨਾਂ ਨੂੰ ਭੇਜਿਆ, ਆਪਣੇ ਆਪਣੇ ਹਲਕੇ ਚੋਂ ਕੀ ਕਰ ਰਹੇ ਨੇ। ਇੱਕ ਤਾਂ ਸਰ ਮੇਰੀ ਇਹ ਗੱਲ, ਤੇ ਦੂਜੀ ਗੱਲ ਸਰ ਮੇਰੀ ਇਹ ਭਈ ਆਪਾਂ ਮੋਦੀ ਸਾਹਿਬ ਦੇ ਜਥੇਦਾਰ ਨੇ, ਮੋਦੀ ਸਾਹਿਬ ਦੇ ਗੁਣ ਗਾਤੇ ਜੀ, ਆਪਣਾ ਉੱਥੇ ਮਨਾਇਆ ਗੁਰੂ ਤੇਗ ਬਹਾਦਰ ਜੀ ਦਾ ਦਿਹਾੜਾ। ਸਰ ਤੁਸੀਂ ਦੇਖੋ, ਮੈਂ ਤੁਹਾਡੇ ਤੋਂ ਪਹਿਲਾਂ ਮਿੰਟੂ ਭਾਜੀ ਨੇ ਇੱਕ ਬਹੁਤ ਵਧੀਆ ਗੱਲ ਕੀਤੀ, ਭਈ ਇਹਦੇ ਪਿੱਛੇ ਇੱਕ ਫੰਡਾ ਇਹ ਵੀ ਹੋ ਸਕਦਾ ਭਈ ਇੱਕ ਮਾਈਨੋਰਿਟੀ ਨੂੰ ਤਾਂ ਕੁਚਲਣ ਲੱਗੇ ਹੋ ਆ, ਦੂਜੀ ਮਾਈਨੋਰਿਟੀ ਨੂੰ ਫੁੱਲੀਆਂ ਪਾ ਦਿਓ। ਭਈ ਜੇ ਹੁਣ ਤੁਸੀਂ ਜਿਹੜੇ ਸ਼ਿਕਾਰੀ ਪਰ ਚੱਲ ਅੱਧੇ ਬਾਂਦਰਾਂ ਨੂੰ ਮਾਰਨਾ ਆ, ਅੱਧਿਆਂ ਨੂੰ ਉਹ ਹੈਲਪ ਨਾ ਲਾਉਣ, ਉਹਨਾਂ ਨੂੰ ਫੁੱਲੀਆਂ ਪਾ ਦਿਓ। ਵੀ ਇਸ ਤੋਂ ਸਵਾਬ ਜੇ ਉਹ ਨਾ ਵੀ ਬਣਾਉਂਦੇ ਤਾਂ ਕੀ ਸਿੱਖ ਕੌਮ ਆਪਣੇ ਤੌਰ ਤੇ ਨਹੀਂ ਬਣਾਉਂਦੀ ਆਈ ਅੱਗੇ, ਜਿਹੜਾ ਇੰਨੀ ਬੱਲੇ ਬੱਲੇ ਕਰਦੇ। ਤੁਸੀਂ ਇਹ ਦੇਖੋ ਵੀ ਵਿਚਾਰੇ ਉੱਥੇ ਕੀ ਹਾਲ ਹੋਣ ਡਿਆ, ਵਿਚਾਰੇ ਜਿਹੜੇ ਦਿਹਾੜੀਦਾਰ ਉਹਨਾਂ ਦੇ ਘਰ ਢਾਹ ਤੇ ਵਿਚਾਰੇ ਰੇਹੜੀਆਂ ਲਾਉਂਦੇ, ਉਹ ਰੁਜ਼ਗਾਰ ਚਲਾਉਂਦੇ, ਨਿਆਣੇ ਆਪਣੇ ਵਿਚਾਰੇ ਉਹ ਚੁਗਣ ਲੱਗੇ, ਜਿਹੜੀਆਂ ਉਹਨਾਂ ਨੇ ਰੇਹੜੀਆਂ ਲਾ ਕੇ ਦੁਕਾਨਾਂ ਤੇ ਉਹ ਗੱਲ ਤਾਂ ਉਹਨਾਂ ਦੇ ਨਾਲ ਖੜਨਾ ਬਣਦਾ। ਹਾਂਜੀ ਸੁਣੋ ਜੀ, ਤੁਸੀਂ ਆਨਸਰ ਸੁਣੋ ਜੀ, 1 ਮਿੰਟ ਜੀ, ਤੁਸੀਂ ਆਪਣੀ ਗੱਲ ਕਰ ਲਈ ਜੀ। ਪੱਟੀ ਸਾਹਿਬ ਜੀ, ਮੈਂ ਵੀ ਥੋੜਾ ਜਿਹਾ ਐਡ ਕਰਨਾ ਚਾਹਾਂਗੀ ਕਾਲਰ ਦੀ ਉਹਦੇ ਉੱਤੇ। ਫਸਟ ਆਫ ਆਲ ਤੇ ਇਹ ਖਬਰਾਂ ਹੈਗੀਆਂ ਨੇ, ਨਵਜੋਤ ਸਿੱਧੂ ਜੀ ਦੇ ਨਾਲ ਅਸੀਂ ਕਦ ਤੋਂ ਨਹੀਂ ਜੁੜੇ, ਬਹੁਤ ਟਾਈਮ ਤੋਂ ਜੁੜੇ ਹੋਏ ਆ। ਜਦੋਂ ਕਪਿਲ ਦੇਵ ਦੇ ਸ਼ੋਅ ਦੇ ਵਿੱਚ ਹੁੰਦੇ ਸੀ, ਫਿਰ ਜਦੋਂ ਉਹਨਾਂ ਦੀ ਪੋਲੀਟਿਕਸ ਦੇ ਵਿੱਚ ਆਏ, ਹੁਣ ਪੋਲੀਟਿਕਸ ਤੋਂ ਐਜ਼ ਅ ਪੋਜੀਸ਼ਨ ਹੋਲਡਰ ਨਹੀਂ ਰਹਿ ਗਏ ਨੇ, ਤੇ ਇਸ ਖਬਰਾਂ ਦੇ ਨਾਲ ਸਾਡੀ ਪਬਲਿਕ ਜੁੜੀ ਹੋਈ ਹੈ। ਮੈਂ ਪਰਸਨਲੀ ਸੋਚਦੀ, ਮੈਂ ਆਪ ਖੁਦ ਜੁੜੀ ਹੋਈ ਹਾਂ, ਤੇ ਥੋੜੀ ਰੁਚੀ ਰੱਖਦੇ ਹਾਂ ਅਸੀਂ। ਠੀਕ ਹੈ, ਪੋਲੀਟਿਕਸ ਦੇ ਵਿੱਚ ਜਿਨ੍ਹਾਂ ਬੰਦਿਆਂ ਨੇ ਅਹੁਦੇ ਸੰਭਾਲੇ ਨੇ ਔਰ ਉਹਦੇ ਸਮਾਜਾਂ ਦੀ ਕੀ ਜ਼ਿੰਮੇਦਾਰੀਆਂ ਨੇ, ਅਸੀਂ ਉਹ ਵੀ ਗੱਲਾਂ ਕਰਦੇ ਹਾਂ, ਤੇ ਨਾਲ ਥੋੜੀ ਜਿਹੀ ਇਹ ਵਾਲੀ ਖਬਰਾਂ ਵੀ ਐਡ ਹੋ ਜਾਂਦੀਆਂ ਨੇ, ਮੈਂ ਪਰਸਨਲ ਕਹਿੰਦੀ ਹਾਂ। ਹੁਣ ਦੂਜੀ ਗੱਲ ਜਿਹੜੀ ਹੈ, ਕਹਿ ਰਹੇ ਨੇ ਪੱਟੀ ਸਾਹਿਬ ਜੀ ਕਿ ਮੋਦੀ ਸਰਕਾਰ ਨੇ ਜੋ ਸਰਾਹਨਾ ਹੋ ਰਹੀ ਉਹਨਾਂ ਦੀ, ਔਰ ਇਹ ਵੀ ਹੈ ਕਿ ਕਦੀ ਕਦੀ ਕੁਝ ਪਾਰਟੀਆਂ ਜਿਹੜੇ ਹੈਗੇ ਨੇ ਇਤਿਹਾਸ ਵੀ ਰਚਦੀਆਂ, ਜੋ ਕੰਮ ਕਦੀ ਪਹਿਲਾਂ ਨਹੀਂ ਹੋਇਆ ਹੁਣ ਹੋਇਆ, ਤੇ ਉਹ ਵੀ ਇੱਕ ਚਰਚਾ ਦਾ ਵਿਸ਼ੇ ਬਣਦਾ ਜੀ। ਮੇਰੀ ਆਪਣੀ ਇਨਪੁਟ। ਹਾਂਜੀ ਪੱਟੀ ਸਾਹਿਬ, ਤੁਸੀਂ ਕੀ ਐਡ ਕਰਨਾ ਚਾਹੋਗੇ? ਮੈਂ ਇਹ ਗੱਲ ਕਹਿਣਾ ਵੀਰ ਜੀ ਨੂੰ ਵੀ ਜਿਹੜੀ ਗੱਲ ਤੁਸੀਂ ਜਵਾਬ ਦੇ ਦਿੱਤਾ, ਮੈਨੂੰ ਠੋਕ ਕੇ ਜਵਾਬ ਦੇ ਦੇਣਾ। ਹਾਂਜੀ ਬੋਲੋ ਜੀ। ਵੀਰ ਜੀ, ਆ ਮੇਰੇ ਸਾਹਮਣੇ ਅਖਬਾਰਾਂ ਪਈਆਂ, ਉਹਨਾਂ ਨੂੰ ਕਹਿ ਦਿਓ ਜੀ ਖਬਰਾਂ ਨਾ ਛਾਪਿਆ ਕਰੋ। ਲਿਖ ਦਿਓ ਚਿੱਠੀ ਉਹਨਾਂ ਨੂੰ ਕਿ ਤੁਸੀਂ ਗਲਤ ਕਰ ਰਹੇ ਹੋ, ਜੇ ਦੁਬਾਰਾ ਛਾਪੀ ਤੁਹਾਡੇ ਖਿਲਾਫ ਕੇਸ ਕਰਾਂਗੇ ਅਸੀਂ।
ਖਬਰ ਹੈ ਵੀਰ ਜੀ, ਸਿੱਧੂ ਅੱਜ ਵੀ ਸੈਲੀਬ੍ਰਿਟੀ ਆ, ਉਹ ਸਿਆਸਤ ਦੀ ਸੈਲੀਬ੍ਰਿਟੀ ਆ ਤੇ ਕ੍ਰਿਕਟ ਸੈਲੀਬ੍ਰਿਟੀ ਲੋਕਾਂ ਦਾ ਸੈਲੀਬ੍ਰਿਟੀ ਆ। जी जी बिल्कुल ਇੱਕ ਵਾਹਿਦ ਸ਼ਖਸ ਆ ਜਿਹੜਾ ਬੰਦਾ ਜਿਹੜਾ ਜੋ ਚੁੱਪ ਕੀਤਾ ਤਾਂ ਵੀ ਉਹ ਚਰਚਾ ਤੇ ਇਹਨਾਂ ਦੇ ਬੋਲਦਾ ਤਾਂ ਵੀ ਚਰਚਾ ਤੇ। ਸਾਬਕਾ ਪ੍ਰਧਾਨ ਹੈ ਦੁੱਲੂ, ਸਾਬਕਾ ਮੰਤਰੀ ਹੈ ਦੁੱਲੂ, ਤੁਸੀਂ ਕਹਿੰਦੇ ਗੱਲ ਨਾ ਕਰੋ ਉਹਨਾਂ ਦੀ। ਅਖਬਾਰਾਂ ਵਿੱਚ ਚਿੱਠੀਆਂ ਦੇਖ ਲਓ, ਬਿਲਕੁਲ ਖਬਰਾਂ ਛਾਪੋ ਇਹਨਾਂ ਦੀ, ਅਸੀਂ ਬਿਲਕੁਲ ਗੱਲ ਨਹੀਂ ਕਰਾਂਗੇ। ਅਸੀਂ ਖਬਰ ਇੱਕ ਨੇ ਖਬਰ, ਅਸੀਂ ਖਬਰਨਾਮਾ ਰੱਖਿਆ, ਖਬਰ ਦੇ ਰਹੇ ਲੋਕਾਂ ਨੂੰ। ਤੁਹਾਨੂੰ ਚੰਗੀ ਨਹੀਂ ਲੱਗਦੀ ਅਸੀਂ ਉਹਦਾ ਕੋਈ ਇਲਾਜ ਨਹੀਂ ਕਰ ਸਕਦੇ। ਜਿਨ੍ਹਾਂ ਨੂੰ ਚੰਗੀ ਲੱਗਦੀ ਆ ਉਹ ਸੁਣਦੇ ਨੇ, ਸੁਣਦੇ ਤੇ ਸਾਨੂੰ ਟੈਲੀਫੋਨ ਵੀ ਕਰਦੇ ਆ। ਤੁਸੀਂ ਇਹ ਗੱਲ ਕਹਿੰਦੇ ਕਰਨ ਦੀ ਲੋੜ ਨਹੀਂ। ਜੇ ਪ੍ਰਧਾਨ ਮੰਤਰੀ ਸਾਹਿਬ ਨੇ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਸੀ ਉਹ ਪ੍ਰਕਾਸ਼ ਉਤਸਵ ਲਾਲ ਸਿੰਘ ਨੇ ਗੁਨਾਹ ਵੀ ਕੀਤਾ, ਉਹਨਾਂ ਨੇ ਦੁਨੀਆ ਭਰ ਚ ਬਣਾਇਆ ਗਿਆ ਵਾ, ਪਾਕਿਸਤਾਨ ਚ ਬਣਾਇਆ ਗਿਆ ਵਾ, ਅੰਮ੍ਰਿਤਸਰ ਚ ਬਣਾਇਆ ਗਿਆ ਵਾ, ਪਾਣੀਪਤ ਚ ਬਣਾਇਆ ਜਾ, ਸਰਕਾਰ ਬਣਾ ਰਹੀ ਉੱਥੇ। ਗਲਤ ਕੀ ਕੀਤਾ ਉੱਥੇ ਉਹਨਾਂ ਨੇ? ਇਸ ਕਰਕੇ ਕੋਈ ਆਲੋਚਨਾ ਕਰਨੀ ਤੇ ਸਵਾਲ ਕੋਈ ਜਿਹੜਾ ਵਾ ਜਿਹਦੀ ਕੋਈ ਐਵੇਂ ਤੋਂ ਸਵਾਲ ਜ਼ਰੂਰ ਕਰੋ ਤੁਸੀਂ। ਇੱਕ ਪਾਸੇ ਅਸੀਂ ਕਹਿੰਦੇ ਵੀ ਗੁਰੂ ਸਾਹਿਬ ਸਾਡੇ ਸਾਂਝੇ ਸੀ, ਗੁਰੂ ਸਾਹਿਬ ਕੱਲ ਨੂੰ ਤੁਸੀਂ ਕਹੋ ਹਰਿਮੰਦਰ ਸਾਹਿਬ ਸਿੱਖ ਮੱਥਾ ਟੇਕ ਸਕਦੇ, ਬਾਕੀ ਕੋਈ ਟੇਕ ਨਹੀਂ ਸਕਦਾ ਉੱਥੇ। ਉਹ ਸਾਂਝੀ ਰਾਤਾਂ ਦੇ ਪ੍ਰਤੀਕ ਸਾਡੇ ਗੁਰੂ ਸਾਹਿਬ ਜੀ। ਬਾਕੀ ਨਹੀਂ ਮੈਂ ਗੱਲ ਨਹੀਂ ਕਰਨਾ। ਕੋਈ ਜਿੰਨੇ ਵੀ ਹੁਣ ਤੱਕ ਜਿਹੜੇ ਸਾਡੇ ਧਾਰਮਿਕ ਆਗੂ ਹੋਏ ਨੇ, ਧਾਰਮਿਕ ਸ਼ਖਸੀਅਤਾਂ ਹੋਈਆਂ ਨੇ, ਭਾਵੇਂ ਉਹ ਰਾਮ ਆ, ਭਾਵੇਂ ਮੁਹੰਮਦ ਸਾਹਿਬ ਨੇ, ਭਾਵੇਂ ਸਾਡੇ ਕ੍ਰਿਸਚਨ ਭਾਈਚਾਰੇ ਦੇ ਨੇ, ਜਿਹੜੇ ਵੀ ਉਹ ਸਾਂਝੇ ਹੁੰਦੇ ਵਿਸ਼ੇ, ਉਹਨਾਂ ਦੀ ਕਿਸੇ ਇੱਕ ਦੀ ਮੋਹਰ ਨਹੀਂ ਹੁੰਦੀ। ਸਿਰਫ ਅਸੀਂ ਕਸਟੋਡੀਅਨ ਬਣੇ ਫਿਰਦੇ ਉਹਨਾਂ ਦੇ। ਠੀਕ ਹੈ, ਦਰਬਾਰ ਸਾਹਿਬ ਦੇ ਕਸਟੋਡੀਅਨ ਹੈਗੇ, ਦਰਬਾਰ ਸਾਹਿਬ ਦਾ ਕੋਈ ਕਬਜ਼ਾ ਨਹੀਂ ਹੈਗਾ। ਇਸ ਕਰਕੇ ਵੀਰ ਜੀ ਘੱਟੋ ਘੱਟ ਆਪਾਂ ਜਦੋਂ ਕੋਈ ਸਵਾਲ ਕਰਦੇ ਆ ਨਾ, ਇਸ ਵਿਚਾਰਧਾਰਾ ਨੂੰ ਉਹਦੀ ਭਾਵਨਾ ਨੂੰ ਸਮਝੀ ਜਾਈ। ਪ੍ਰਧਾਨ ਮੰਤਰੀ ਸਾਹਿਬ ਨੇ ਕਿਉਂ ਬਣਾਇਆ? ਸਿੱਖਾਂ ਦੇ ਚੱਕ ਨਹੀਂ ਹੋਏ 84 ਚ ਕੀ ਹੋਇਆ? ਸਾਕਾ ਨਿਰੰਤਰ ਨਹੀਂ, ਜੇ ਉਹਦੇ ਨੂੰ ਲੈ ਕੇ ਆਈਏ ਤਾਂ ਅਸੀਂ ਕੁਝ ਕਰ ਹੀ ਨਹੀਂ ਸਕਦੇ, ਬਿਠਰੋ ਘਰੇ ਰਮਾਨ। ਇਸ ਕਰਕੇ ਇਹ ਗੱਲ ਸਵਾਲ ਜੋ ਕਰੋ ਜੀ ਸਦਕੇ ਕਰੋ ਜੀ, ਆਇਆਂ ਨੂੰ ਤੁਸੀਂ ਸਵਾਲ ਕਰਦਾ ਤੁਹਾਨੂੰ ਅਧਿਕਾਰ ਦਿੱਤਾ ਸੀ, ਲੇਕਿਨ ਘੱਟੋ ਘੱਟ ਉਹਦੀ ਕੋਈ ਵੈਲਿਊ ਤਾਂ ਹੋਵੇ ਨਾ ਸਵਾਲ ਦੀ। ਜਿਹੜੀ ਵੈਲਿਊ ਕਿਹਦੀ ਹੋਈ ਤੁਸੀਂ ਸਵਾਲੋं कर रहे हैं बेस होना चाहिए। बिल्कुल सही है पट्टी साहब, आई एग्री। कॉलर्स ने प्लीज मैं रिक्वेस्ट करें सारी लाइना फ्लैश करें ना, आई कैन अंडरस्टैंड कि क्यों आ रही है सारी कॉलर, बट रिक्वेस्ट करेंगी अपने सवाल को थोड़ा छोटा रखा जाए। सारे को बहुत घट टाइम हैगा, सो वेरी लेस, और पट्टी साहब के पास भी टाइम नहीं होएगा तो ये सारे ही क्वेश्चंस दा आंसर करना। सो वील टेक कॉल्स वन बाय वन और आदर दे नाल, मर्यादा दे नाल, रिस्पैक्ट दे नाल सवाल पूछे जान। हाँ जी कॉलर सत श्री अकाल जी, तुसीं एयर ते हो। सत श्री अकाल जी। हाँ जी वीर जी। हाँ जी, मैं भट्टी साहब ਨੂੰ ਕਹਿਣਾ ਸੀ ਵੀ ਇਹਨਾਂ ਨੇ ਲੱਖ ਦਾ ਜਵਾਬ ਦਿੱਤਾ ਜੀ। ਆਈ ਐਗਰੀ। ਸਿੱਧੂ ਬਿਨਾ ਕੋਈ ਅੱਜ ਤੁਸੀਂ ਕੋਈ ਵੀ ਜਦੋਂ ਤੁਸੀਂ ਕੋਈ ਨਿਊਜ਼ ਚੱਲਦੀ ਹੈ ਸਿੱਧੂ ਤੋਂ ਬਿਨਾ। ਤੇ ਦੂਜੀ ਗੱਲ ਮੈਂ ਕਹਿਣੀ ਚਾਹੁੰਦਾ ਵੀ ਮੋਦੀ ਸਾਹਿਬ ਦਾ ਬਹੁਤ ਰਿਗਾਰਡ ਕਰਦੇ ਆ, ਬਹੁਤ ਜ਼ਿਆਦਾ। ਉਹਨਾਂ ਨੇ ਬਹੁਤ ਵਧੀਆ ਕੀਤਾ, ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਉਹਨਾਂ ਨੇ ਬਹੁਤ ਵੱਡੀ ਗੱਲ ਕੀਤੀ ਹੈ। ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ। ਬਸ ਇੰਨਾ ਹੀ ਕਹਿਣਾ। ਥੈਂਕ ਯੂ ਜੀ। ਨੈਕਸਟ ਕਾਲ ਤੇ ਚਲਦੇ ਹਾਂ। ਦੇਖੋ ਜੀ ਸ਼ਾਰਟਕਟ ਔਰ ਸਤਿ ਸ਼੍ਰੀ ਅਕਾਲ ਵੀਰ ਜੀ, ਤੁਸੀਂ ਏਅਰ ਤੇ ਹੋ ਜੀ। ਹਾਂਜੀ ਕਾਲਰ। ਸਤਿ ਸ਼੍ਰੀ ਅਕਾਲ ਅੰਜੂ ਜੀ। ਸਤਿ ਸ਼੍ਰੀ ਅਕਾਲ ਭੱਟੀ ਸਾਹਿਬ ਜੀ। ਇਹ ਕੱਲ ਦੀ ਗੱਲ ਆ ਅੰਜੂ ਜੀ, ਤੁਸੀਂ ਤਾਂ ਸਹਿਮਤ ਹੋਵੋਗੇ ਵੀ ਜੇ ਅਸੀਂ ਦੂਜੀ ਪਾਰਟੀ ਦੀ ਕੋਈ ਗੱਲ ਕਰ ਲੈਂਦੇ ਆ ਤਾਂ ਲੜਾਈ ਪੈ ਜਾਂਦੀ ਹੈ, ਤੇ ਜੇ ਅਸੀਂ ਆਪੋਜੀਸ਼ਨ ਦੀ ਗੱਲ ਕਰਦੇ ਆ ਤਾਂ ਇੱਥੇ ਲੜਾਈ ਪੈ ਜਾਂਦੀ ਹੈ। ਮਤਲਬ ਬੰਦਾ ਇਹਨਾਂ ਨੂੰ ਸੈਟੀਸਫਾਈ ਕਰ ਨਹੀਂ ਸਕਦਾ, ਔਰ ਇਹਨਾਂ ਨੂੰ ਇਹ ਨਹੀਂ ਸ਼ਾਇਦ ਪਤਾ ਵੀ ਸਿੱਧੂ ਉਹ ਸ਼ਖਸਾ ਵੀ ਅੱਜ ਵੀ ਉਹ ਕਿਤੇ ਵੀ ਕੁਛ ਵੀ ਖੰਘ ਵੀ ਜਾਂਦਾ ਨਾ ਕਿਤੇ, ਤਾਂ ਹੀ ਉਦੋਂ ਦਾ ਪੁੱਛੀ ਜਾਂਦੇ ਆ ਵੀ ਨਵਾਂ ਪ੍ਰਧਾਨ ਬਣਿਆ ਜੀ ਉਹ ਕਿਉਂ ਨਹੀਂ ਗਿਆ, ਚਾਹੇ ਉਹਨਾਂ ਦਾ ਅੰਦਰੂਨੀ ਮਾਮਲਾ ਪਰ ਇਹ ਦੇਸ਼ ਨਾਲ ਜੁੜਿਆ। ਕੱਲ ਨੂੰ ਉਹਨਾਂ ਨੂੰ ਕੋਈ ਵੱਡਾ ਅਹੁਦਾ ਮਿਲ ਗਿਆ ਜਾਂ ਸਰਕਾਰ ਪਲਟ ਗਈ ਤੇ ਮੁੜ ਕੇ ਸਿੱਧੂ ਦੀਆਂ ਗੱਲਾਂ ਕਰੋਗੇ, ਪਰ ਉਹ ਪੁਰਾਣੀ ਗੱਲ ਲੈ ਕੇ ਚੱਲੋਗੇ ਤਾਂ ਅਗਲੀ ਗੱਲ ਹੋਏਗੀ। ਦੂਜੀ ਗੱਲ ਜੀ ਜਿਹੜੀ ਪ੍ਰਧਾਨ ਮੰਤਰੀ ਜੀ ਨੇ ਕੀਤਾ ਜੀ ਉਹ ਬਹੁਤ ਚੰਗਾ ਕੀਤਾ, ਉਹਨਾਂ ਦਾ ਮੋਟਿਵ ਕੋਈ ਵੀ ਹੋਵੇ, ਪਰ ਉਹਦੇ ਦੂਜੇ ਪਾਸੇ ਜਿਹੜੇ ਬ੍ਰਿਟਿਸ਼ ਦੇ ਪ੍ਰਾਈਮ ਮਿਨਿਸਟਰ ਆਏ ਹੋਏ ਸੀ ਜਦੋਂ ਉਹਨਾਂ ਨੂੰ ਉੱਥੇ ਗੁਜਰਾਤ ਲੈ ਕੇ ਗਏ, ਜਿਵੇਂ WHO ਵਾਲਿਆਂ ਨੂੰ ਲੈ ਕੇ ਗਏ ਨੇ, ਤੇ ਉੱਥੇ ਉਹਦੀ ਬਾਰੇ ਮਾੜਾ ਦੱਸਿਓ ਜੀ ਵੀ ਜਿਹੜੀ ਉਹਨਾਂ ਨੇ ਬਾਹਰ ਰੋਡ ਆ ਉਹ ਤੇ ਸਾਰਾ ਚਿੱਟਾ ਕੱਪੜਾ ਲਾਇਆ ਹੋਇਆ ਸੀ, ਵੀ ਉੱਥੇ ਝੁੱਗੀਆਂ ਝੌਂਪੜੀਆਂ ਲਗਾਉਣ ਦੀ ਕੋਸ਼ਿਸ਼ ਕਿਉਂ ਕੀਤੀ ਗਈ, ਕਿ ਅੱਗੇ ਵਾਂਗੂ ਜਿਵੇਂ ਇਹ ਟਰੰਪ ਆਇਆ ਸੀ ਉਦੋਂ ਵੀ ਇਹਨਾਂ ਨੇ ਐਂ ਕੀਤਾ ਸੀ, ਉਹਦੇ ਤੇ ਮਾੜਾ ਜਿਹਾ ਚੱਲਣਾ ਪਿਆ ਜੀ। ਬਹੁਤ ਸ਼ੁਕਰੀਆ। ਸੁਣੋ ਜੀ, ਜਿਹੜੀ ਗੱਲ ਇਹਨਾਂ ਵੀਰ ਜੀ ਨੇ ਕਹੀ ਉਹ ਸਾਡੀ ਬਦਕਿਸਮਤੀ ਹੈ। ਜਦੋਂ ਇੱਕ ਵਾਰੀ ਇੰਦਰਾ ਗਾਂਧੀ ਨੇ ਇੱਕ ਨਾਰਾ ਦਿੱਤਾ ਸੀ ਗਰੀਬੀ ਹਟਾਓ, ਵਿਰੋਧੀ ਧਿਰ ਨੇ ਕਿਹਾ ਸੀ ਨਹੀਂ ਗਰੀਬਾਂ ਨੂੰ ਹਟਾਓ। ਇਸ ਕਰਕੇ ਤੁਹਾਡੀ ਗੱਲ ਠੀਕ ਹੈ, ਝੁੱਗੀਆਂ ਝੌਂਪੜੀਆਂ ਲਗਾਉਣ ਦੀ ਲੋੜ ਨਹੀਂ ਹੋਣੀ ਚਾਹੀਦੀ, ਦੱਸਣਾ ਚਾਹੀਦਾ ਸਾਡੀ ਗਰੀਬੀ ਕਿੱਥੇ ਲੈ ਕੇ।
ਜਦੋਂ ਅਮਰੀਕਨ ਰਾਸ਼ਟਰਪਤੀ ਟਰੰਪ ਆਇਆ ਸੀ ਫਿਰ ਕੱਪੜੇ ਨਹੀਂ ਸੀ ਪਾਏ, ਅੱਗੇ ਕੰਧ ਖੜੀ ਕਰ ਦਿੱਤੀ ਸੀ ਰਾਤੋਂ ਰਾਤ ਉਹਨਾਂ ਨੇ। ਜੀ ਬਿਲਕੁਲ ਮੈਂ ਯਾਦ ਹੈ। ਆਪ ਜਾ ਕੇ ਵੇਖਿਆ, ਮੈਂ ਉਸ ਦਿਨ ਉਹਨਾਂ ਦਿਨਾਂ 'ਚ ਮੈਂ ਗਿਆ ਸੀ ਤੇ ਮੇਰੀ ਮੀਟਿੰਗ ਸੀ ਸਾਡੀ ਆਲ ਇੰਡੀਆ ਬਿਜ਼ਨਸ ਯੂਨੀਅਨ ਦੀ, ਉੱਥੇ ਮੈਂ ਗਿਆ ਸੀ। ਏਅਰਪੋਰਟ ਤੋਂ ਜਦੋਂ ਅਸੀਂ ਜਾ ਰਹੇ ਸੀ ਤੇ ਮੈਨੂੰ ਉਹਨਾਂ ਨੇ ਸਪੈਸ਼ਲ ਵਿਖਾਈ ਤੇ ਡਰਾਈਵਰ ਨੇ ਕਹਿੰਦਾ ਜੀ ਇਹ ਕੰਧ ਕੀਤੀ ਜੀ, ਪਿਛਲੇ ਪਾਸੇ ਦੇਖੋ ਝੁੱਗੀਆਂ ਲਗਾਉਣ ਵਾਲੀ, ਇਹਨੂੰ ਕਿਉਂ ਲਗਾਉਂਦੇ ਹੋ ਤੁਸੀਂ? ਆਪਣੀ ਕਮਜ਼ੋਰੀ ਕਿਉਂ ਨਹੀਂ ਦੱਸਦੇ ਤੁਸੀਂ? ਇੱਕ ਪਾਸੇ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਅਸੀਂ ਲੋਕਾਂ ਨੂੰ ਜਿਹੜੇ ਘਰ ਸਾਰੇ ਦਿੱਤੇ, 8 ਕਰੋੜ ਦਿੱਤੇ ਹੈਗੇ, 5 ਕਰੋੜ ਕੀਤੇ, ਜਿੰਨੇ ਦਿੱਤੇ ਹੋਣੇ ਚਾਹੀਦੇ, ਅਸੀਂ ਹੱਕ ਚ ਹੈ। ਉਹਨਾਂ ਲੋਕਾਂ ਦਾ ਹੱਕ ਬਣਦਾ, ਸਰਕਾਰਾਂ ਦਾ ਕੰਮ ਹੁੰਦਾ ਵੀ ਲੋਕਾਂ ਨੂੰ ਰੋਟੀ, ਕੱਪੜਾ ਤੇ ਮਕਾਨ ਦੇਣ। ਇਹ ਬਹੁਤ ਵੱਡੀ ਗੱਲ ਹੈ, ਮੰਦਭਾਗੀ ਗੱਲ ਹੈ ਜੀ। ਜੇ ਲਕਾਇਆ ਉਹਨਾਂ ਨੇ ਬਹੁਤ ਮੰਦਭਾਗੀ ਗੱਲ, ਏਦਾਂ ਨਹੀਂ ਚਾਹੀਦਾ ਜੀ ਜੀ। ਲਾਂਗੇ ਨੈਕਸਟ ਕਾਲ ਆਉਂਦੀ ਹੈ। ਹਾਂਜੀ ਕਾਲਰ ਸਤਿ ਸ਼੍ਰੀ ਅਕਾਲ, ਤੁਸੀਂ 에ਅਰ ਤੋਂ ਸਿਰ 4 ਮਿੰਟ ਸਾਡੇ ਕੋਲ ਬਾਕੀ ਨੇ। ਮੈਂ ਕਿਹਾ ਸਾਹਿਬ ਤੀ ਕੋਈ ਕੰਟੀਨਿਊ ਚੁੱਕਾ। ਭੈਣ ਜੀ ਮੈਂ ਤਾਂ ਮਿੰਟ ਹੀ ਇਦਾਂ। ਹਾਂਜੀ ਤੇ ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ, ਤੁਸੀਂ ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋ। ਹਾਂਜੀ ਵੀਰ ਜੀ। ਹਾਂ ਪੱਟੀ ਸਾਹਿਬ, ਜੋ ਕੁਝ ਤੁਸੀਂ ਸਿੱਧੂ ਸਾਹਿਬ ਬਾਰੇ ਮੈਂ ਤੁਹਾਡੀ ਬੜੀ ਤਾਰੀਫ ਕਰਦਾ। ਜੋ ਕੁਝ ਸਿੱਧੂ ਕੋਲੇ ਹੈਗਾ ਨਾ ਕਿਸੇ ਅਕਾਲੀ ਲੀਡਰ ਕੋਲੇ, ਨਾ ਕਿਸੇ ਕਾਂਗਰਸ ਕੋਲੇ। ਆ 92 ਹੁਣ ਚੁਣੇਗੇ, ਇਹਦੇ ਚੋਂ ਵੇਖਾਂਗੇ ਗਾਂ ਹੈਗਾ ਕਿ ਨਹੀਂ। ਉਹ ਯਾਰੋ ਇਹਨਾਂ ਦੀ ਤਾਂ ਮਿਸਜ ਬੜੀ ਇਮਾਨਦਾਰ ਹੈ, ਜਿਹਨੇ 2 ਡਾਕਟਰ ਫੜੇ ਛਾਪਾਮਾਰ, ਬੜਾ ਲੰਬਾ ਲੇਖ ਲਿਖਿਆ ਸੀ ਇਹਦੇ ਉੱਤੇ। ਹੈ ਤਾਂ ਮੈਂ ਅਨਪੜ੍ਹ ਜਿਹਾ ਬੰਦਾ, ਉਹ ਸ਼ੁਰੂ ਕੀਤਾ ਸੀ ਮੈਂ ਦੁਸਹਿਰੇ ਤੋਂ, ਜਦੋਂ ਇਹਨਾਂ ਦੀ ਮਿਸ ਗਈ। ਯਾਰ ਇਹਦੇ ਬਾਰੇ ਨਹੀਂ ਕੁਝ ਬੋਲਣਾ ਚਾਹੀਦਾ। ਉਹ ਠੀਕ ਆ, ਥੋੜਾ ਕਿਸਮਤ ਦਾ ਮਾੜਾ ਹੈਗਾ, ਉਹ ਜਿਹੜੀ ਗੱਲ ਕਹਿਣੀ ਮੂੰਹ ਤੇ ਕਹਿ ਦਿੰਦਾ। ਉਹਨੂੰ ਚਾਹੀਦਾ ਸੀ ਛੁਰੀ ਜੇਬ ਵਿੱਚ ਰੱਖਦਾ, ਉਹ ਛੁਰੀ ਹੱਥ ਵਿੱਚ ਰੱਖਦਾ ਹੈ ਬਸ। ਜੀ ਜੀ ਵਾਰੇ ਜਾਈਏ, ਸਿੱਧੂ ਵਰਗਾ ਹੋ ਹੀ ਕੋਈ ਨਹੀਂ ਸਕਦਾ। ਸਾਰੀ ਦੁਨੀਆ ਮੈਂ ਤਾਂ ਸੋਚਦੀ ਹਾਂ ਕਿ ਬਹੁਤ ਲੋਕ ਰੁਚੀ ਰੱਖਦੇ ਨੇ, ਔਰ ਚਾਹੇ ਉਹ ਪੰਜਾਬ ਦੇ ਵਿੱਚ ਬਿਲੋਂਗ ਕਰਦੇ ਹੋਣ ਚਾਹੇ ਨਾ ਕਰਦੇ ਹੋਣ। ਐਜ਼ ਅ ਕ੍ਰਿਕਟਰ, ਐਜ਼ ਅ ਹੋਸਟ ਫॉर ਕਪਿਲ ਦੇਵ ਸ਼ੋ ਦੇ ਵਿੱਚ ਜੱਜ ਹੈਗੇ ਸੀ। ਪੋਲਿਟਿਕਸ ਦੇ ਵਿੱਚ ਉਹਨਾਂ ਦੀ ਰੁਚੀ, ਉਹਨਾਂ ਦਾ ਕਮਾਂਡ ਜਿਹੜਾ ਸ਼ੇਰੋ ਸ਼ਾਇਰੀ ਤੇ ਹੈਗਾ ਕਿ ਬੋਲਦੇ ਨੇ, ਮਤਲਬ ਮੈਂ ਖੁਦ ਉਹਨਾਂ ਦੀ ਬੜੀ ਫੈਨ ਹੈਗੀ। ਥੈਂਕ ਯੂ ਸੋ ਮਚ। ਸਿੱਧੂ ਨੇ ਸਾਨੂੰ ਗੁਰਦੁਆਰੇ ਦੇ ਦਰਸ਼ਨ ਕਰਵਾਤੇ, ਹੋਰ ਕਿਸੇ ਨੇ ਕਿਉਂ ਨਹੀਂ ਕਰਵਾਤੇ ਯਾਰ? ਜੀ ਨਹੀਂ ਚਲੋ ਉਹ ਤੇ ਵੇਖੋ ਸਰਕਾਰਾਂ ਦੇ ਮਾਮਲੇ ਆ ਜੀ। ਇੱਕ ਉਹ ਕੀ ਕਹਿੰਦੇ ਸਾਧਨ ਬਣੇ, ਸਿੱਧੂ ਸਾਹਿਬ ਸਾਧਨ ਬਣੇ ਵਿੱਚ ਉਹਦੇ। ਬਾਕੀ ਮਸਲੇ ਸਰਕਾਰਾਂ, ਸਿੱਧੂ ਸਾਹਿਬ ਨੇ ਬਾਕੀ ਠੀਕ, ਉਹ ਕਹਿੰਦੇ ਬੜਾ ਵਿਰੋਧ ਆ, ਉਹ ਕਹਿੰਦੇ ਕੋਈ ਗੱਲ ਨਹੀਂ, ਮੈਨੂੰ ਸਿਆਸਤ ਛੱਡਣੀ ਪੈ ਜੇ, ਮੈਨੂੰ ਦੇਸ਼ ਛੱਡਣਾ ਪੈ ਜੇ, ਮੈਨੂੰ ਆਪਣਾ ਸੀ ਛੱਡਣਾ ਪੈ ਜੇ, ਕੋਈ ਨਹੀਂ। ਮੈਨੂੰ ਇਹ ਗੱਲ ਦੀ ਖੁਸ਼ੀ ਆ ਕਿ ਬਾਬੇ ਨਾਨਕ ਦਾ ਸੁਨੇਹਾ ਉੱਥੋਂ ਮੈਂ ਲੈ ਕੇ ਆਇਆ ਇਹਨਾਂ ਦੇ ਕੋਲ। ਜੀ ਸ਼ੁਕਰੀਆ ਜੀ। ਲਾਸਟ ਕਾਲ ਤੇ ਜਾਵਾਂਗੇ। ਲਾਸਟ ਸਮਾਂ ਬਿਲਕੁਲ ਕਾਟੇਗਾ, ਸਿਰਫ 2 ਮਿੰਟ ਹੈਗੇ ਨੇ ਸਾਡੇ ਕੋਲ। ਹਾਂਜੀ ਕਾਲਰ ਜੀ, ਤੁਸੀਂ 에ਅਰ ਤੋਂ ਬਿਲਕੁਲ ਸ਼ਾਰਟ ਰੱਖਿਆ ਜਾਏ ਸਵਾਲ। ਹੈਲੋ, ਆਈ ਥਿੰਕ ਇਹਦੀ ਲਾਈਨ ਨਹੀਂ ਹੈ, ਦੂਜੀ ਲਾਈਨ ਲਾਂਗੇ। ਲਾਸਟ ਕਾਲ। ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ 에ਅਰ ਤੇ ਹੋ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੱਟੀ ਸਾਹਿਬ, ਮੈਂ ਬਹੁਤ ਪੁਰਾਣਾ ਲਿਸਨਰ, ਮੈਂ ਬਹੁਤ ਚੰਗੀ ਤਰ੍ਹਾਂ ਸੁਣਦਾ, ਪਰ ਜਿਹੜਾ ਤੁਸੀਂ ਅੱਜ ਕਮੈਂਟ ਕੀਤੇ ਨਾ, ਬਸ ਤੁਸੀਂ ਧੰਨ ਨਹੀਂ ਕਰਾਤੀ ਹੈ। ਜਿਹੜਾ ਬੰਦਾ ਮਿਹਰਬਾਨੀ, ਸ਼ੁਕਰੀਆ। ਜਿਹੜਾ ਬੰਦਾ ਚੰਗਾ ਸਰੋਤਾ ਨਹੀਂ ਹੋ ਸਕਦਾ ਨਾ, ਉਹ ਚੰਗਾ ਆਲੋਚਕ ਵੀ ਨਹੀਂ ਹੋ ਸਕਦਾ। ਜਿਹੜੇ ਬੰਦੇ ਸੁਣਨ ਦਾ ਵਾਕਾ ਨਹੀਂ ਹੈਗਾ ਨਾ, ਉਹ ਸਵਾਲ ਵੀ ਨਹੀਂ ਕਰ ਸਕਦਾ ਸਹੀ ਢੰਗ ਨਾਲ। ਮੇਰਾ ਤਾਂ ਇਹੀ ਕਹਿਣਾ। ਜੀ ਥੈਂਕ ਯੂ ਜੀ, ਜਵਾਬ ਥੈਂਕ ਯੂ ਜੀ। ਪੱਟੀ ਸਾਹਿਬ ਜੀ, ਸਾਡੇ ਲਿਸਨਰਸ ਬੜੇ ਸੈਟੀਸਫਾਈਡ ਨੇ ਸਾਡੀ ਗੱਲਬਾਤ ਤੋਂ। ਤੁਹਾਡੇ ਮੈਂ ਖੁਦ ਵੀ ਐਪਰੀਸ਼ੀਏਟ ਕੀਤਾ ਜਿਸ ਤਰੀਕੇ ਦੇ ਨਾਲ ਤੁਸੀਂ ਕਾਲ ਨੂੰ ਹੈਂਡਲ ਕੀਤਾ, ਔਰ ਬਿਲਕੁਲ ਸਹੀ ਸਟੀਕ ਜਵਾਬ ਦਿੱਤਾ। ਹੁਣ ਸਮਾਂ ਸਾਡਾ ਸਮਾਪਤੀ ਵਾਲਾ ਹੈ ਪੱਟੀ ਸਾਹਿਬ ਜੀ, ਦੁਬਾਰਾ ਤੋਂ ਫਿਰ ਤੋਂ ਮੁਲਾਕਾਤ ਹੋਏਗੀ। ਹੁਣ ਤੁਹਾਡਾ ਸਾਡਾ ਅੰਜੂ ਜੀ ਜਦੋਂ ਕੋਈ ਸਾਡਾ ਜਿਹੜੇ ਸਾਡੇ ਸਰੋਤਿਆਂ ਨਾਲ, ਸਾਡੇ ਪਿਆਰਾਂ ਨਾਲ ਗੱਲਾਂ ਕਰਨ ਦਾ ਮੌਕਾ ਮਿਲਦਾ, ਉਦੋਂ ਕੋਈ ਤੁਸੀਂ ਕੰਮ ਖਤਮ ਕਰ ਦਿੰਦੇ ਹੋ। ਮੈਂ ਵਕਤ 12 ਵਜ ਗਏ ਨੇ ਜੀ, 에ਅਰ ਤੇ ਹੋਏਗੇ ਜੀ। ਵੈਸੇ ਤੁਸੀਂ ਕੋਸ਼ਿਸ਼ ਠੀਕ ਹੈ ਜੀ, ਕੋਈ ਵੈਸੇ ਕਾਲਰ ਕਾਲ ਕਰਨਾ ਚਾਹੁੰਦੇ ਨੇ ਤਾਂ ਚਲੋ ਇਹ ਕਾਲ ਲੈਂਦੇ ਆ, ਸ਼ੋ ਖਤਮ ਹੋਣਾ ਡਸਨਟ ਮੈਟਰ। 1 ਸੈਕਿੰਡ ਹੋਲਡ ਕਰਨਾ। ਹਾਂਜੀ ਕਾਲਰ, ਤੁਸੀਂ 에ਅਰ ਤੇ ਹੋ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਟਾਈਮ ਮਿਲੂਗਾ ਜੀ? ਹਾਂਜੀ ਬੋਲੋ ਜੀ। ਹਾਂਜੀ ਬੋਲੋ ਜੀ। ਹਾਂਜੀ ਬੋਲੋ ਜੀ। ਹਾਂਜੀ ਮੈਂ ਇਹ ਗੱਲ ਕਰਦਾ ਜੀ, ਸਿੱਧੂ ਨੇ ਜਿਹੜੇ ਕੰਮ ਕੀਤੇ ਆ ਨਾ, 2 ਵੱਡੇ ਦਰਖਤ ਜਿਹੜੇ ਕਿ ਘੁਣ ਖਾਦੇ ਸੀ ਕੈਪਟਨ ਤੇ ਉਹ ਬਾਦਲ, ਉਹ ਸਿੱਟੇ ਆ ਸਿੱਧੂ ਨੇ। ਸਿੱਧੂ ਸਾਹਿਬ ਨੇ ਜਿਹੜੇ ਠੀਕ ਹੈ ਜੀ, ਉਹ ਡਿੱਗਣੇ ਨਹੀਂ ਕਰਦੇ ਸੀ, ਉਹ ਸਿੱਧੂ ਨੇ ਅੰਦਰ ਭੇਜਿਆ ਜੇਲ੍ਹ 'ਚ। ਏਡੇ ਵੱਡੇ ਕੰਮ ਸਿੱਧੂ ਨੇ ਕੀਤੇ ਆ, ਜਿਹੜਾ ਕੋਈ ਨਹੀਂ ਕਰ ਸਕਦਾ ਸੀ, ਡਰਦੇ ਸੀ, ਉਹ ਕੰਮ ਸਿੱਧੂ ਨੂੰ ਕਰ ਦਿਖਾਏ। ਇਸ ਕਰਕੇ ਮੈਂ ਉਹਨਾਂ ਦੀ ਬਹੁਤ ਤਾਰੀਫ ਕਰਦਾ। ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਜੋ ਲਾਸਟ ਕਾਲ ਸੀ ਹੁਣ ਮੈਂ ਲੈ ਲਈ ਜੀ ਇਹਨਾਂ ਦੀ ਵੀ, ਔਰ ਇੱਕ ਵਾਰ ਫਿਰ ਤੋਂ ਪੱਟੀ ਸਾਹਿਬ ਤੁਹਾਡਾ ਬਹੁਤ ਬਹੁਤ ਦਿਲ ਤੋਂ ਸ਼ੁਕਰੀਆ। ਵਾਕਈ ਕਾਫੀ ਰੋਚਕ ਕਾਲਰ ਸੀ, ਰੋਚਕ ਕਾਲ ਸੀ, ਔਰ ਇੰਜੋਏ ਕੀਤਾ। ਆਈ ਹੋਪ ਮੰਡੇ ਦਾ ਸ਼ੋਅ ਵੀ ਇਸ ਤਰੀਕੇ ਦੇ ਨਾਲ ਰਹੇ। ਥੈਂਕ ਯੂ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।